ਇਹ देखो इतना छोटा पौधा वा, इन्ने छोटे पौधे नूं फल नहीं लगता। आ देखो ना, कोई टहनी ऐसी नहीं जिन्हों फल नहीं लगा दा। यह देखो, गौर करो, सारा फल लगे आ, हर टहनी नूं फल लगा दा। इत्थे तक कि आ भी देख लो लगा दा। यह हुण पौधा वा ते बिल्कुल सुक गया सीगा। यह देखो ना, टहनियां तो तुहानूं महसूस हुंदा होएगा कि बिल्कुल सुक्का सीगा। इनू असी साडे कोल एक स्प्रे कंट्रोल आ, जिहदी असी स्प्रे करनी शुरू की, ठीक हो गया। फिर एक सिट्रस ग्रो आ, ਉਹਦਾ ਅਸੀਂ ਕੀਤਾ, बेमौसमा फल लगा वा। बिस्मिल्लाहिर्रहमानिर्रहीम, अस्सलाम वालेकुम। आप सारे दोस्तों को मेरे चैनल विलेज लाइफ विद सफदर में खुश आमदेद। दोस्तों क्या हाल है, उम्मीद करता हूँ आप खैर खैरियत से होंगे। अच्छा दोस्तों, बायोमैस को गोबर के साथ मिलाएं और DAP से छुटकारा पाएँ, क्या वाकई ऐसा मुमकिन है? ये सारी तफसील जानते हैं डॉक्टर ताहिर साहब से बात करके, जिनका दावा है कि आप 1000 रुपये में एक DAP की जो खाद की बोरी है उसका फ़ायदा उठा सकते हैं। ये कैसे मुमकिन है, ये सारी तफसील जानते हैं डॉक्टर ताहिर साहब से बात करके। अस्सलाम वालेकुम डॉक्टर साहब। वालेकुम अस्सलाम वरहमतुल्लाहि वबरकातुहू। बायोमास को गोबर के साथ मिलाएं और DAP की छुट्टी करवाएं, क्या वाकई ये मुमकिन है? ਇਹ ਮੁਮਕਿਨ ਇਸ ਤਰੀਕੇ ਦੇ ਨਾਲ ਹੈਗਾ ਕਿ ਉਹਦੇ ਵਿੱਚ ਫਾਸਫੋਰਸ, DAP ਦੇ ਵਿੱਚ ਫਾਸਫੋਰਸ ਹੁੰਦੀ ਆ ਅਤੇ ਨਾਈਟ੍ਰੋਜਨ ਹੁੰਦੀ ਆ। ਜਿੰਨੀ ਉਹਦੇ ਵਿੱਚ ਨਾਈਟ੍ਰੋਜਨ ਹੁੰਦੀ ਆ, ਫਾਸਫੋਰਸ ਹੁੰਦੀ ਆ, ਉਨੀ 1 ਟਨ ਦੇ ਵਿੱਚ ਇਹਦੇ ਫਾਸਫੋਰਸ ਹੈਗੀ ਆ, ਔਰ ਨਾਈਟ੍ਰੋਜਨ ਵੀ ਉਨੀ ਇਹਦੇ ਵਿੱਚ ਹੈਗੀ ਜੇ 1 ਟਨ ਨੂੰ ਇਸਤੇਮਾਲ ਕਰੇ। ਠੀਕ ਹੈ। ਅਤੇ ਅਸੀਂ ਸਬਸਿਡੀ ਸਕੀਮ 'ਤੇ ਨਾ 1000 ਰੁਪਏ ਨੂੰ ਟਨ ਜ਼ਿਮੀਂਦਾਰ ਨੂੰ ਦੇ ਰਹੇ ਹਾਂ, ਜੇ ਜ਼ਿਮੀਂਦਾਰ ਆਪ ਲੋਡ ਕਰਕੇ ਲੈ ਜਾਏ। ਅਗਰ ਜੇ ਲੋਡਿੰਗ ਆਪ ਨਾ ਕਰੇ ਅਤੇ ਲੋਡਿੰਗ ਸਾਨੂੰ ਕਹੇ ਕਿ ਤੁਸੀਂ ਲੋਡਿੰਗ ਕਰਾ ਦਿਓ, ਅਤੇ ਫਿਰ ਅਸੀਂ ਲੋਡਿੰਗ ਦਾ ਖਰਚਾ ਉਹਦੇ ਕੋਲੋਂ ਲੈਣਾ। ਠੀਕ ਹੈ। ਫਿਰ ਇੱਕ ਸਭ ਤੋਂ ਚੀਜ਼ ਜ਼ਿਆਦਾ ਇਹ ਆ ਕਿ ਜਿਹੜੇ ਇੱਥੇ ਦੇ ਲੋਕਲ ਜਿਹੜੇ ਲੋਕ ਨੇ, ਉਹ ਜ਼ਿਮੀਂਦਾਰ ਜਿਹੜੇ ਉਹ ਆਪਣੀਆਂ ਟਰਾਲੀਆਂ ਲੈ ਕੇ ਆ ਜਾਣਗੇ, ਅਤੇ ਉਹਨਾਂ ਵਾਸਤੇ ਆਸਾਨੀ ਆ, ਜ਼ਿਆਦਾ ਆਸਾਨੀ ਆ। ਠੀਕ ਹੈ। ਅਤੇ ਨਾਲੇ ਉਹਨਾਂ ਦੇ ਕੋਲ ਬੰਦੇ ਵੀ ਹੁੰਦੇ ਆ, ਆਪ ਲੋਡ ਕਰ ਦੇਣਗੇ। ਅਤੇ ਜੇ ਅਸੀਂ ਕਰੇਨ ਦੇ ਨਾਲ ਜਾਂ ਲਿਫਟਰ ਦੇ ਨਾਲ ਲਿਫਟ ਕਰਵਾ ਕੇ ਦਾਂਗੇ ਤਾਂ ਚੰਗਾ ਭਲਾ ਖਰਚਾ ਉਹ ਵੀ ਬਣ ਜਾਂਦਾ। ਫਿਰ ਉਹ ਵੀ ਜੇ ਜ਼ਿਆਦਾ ਲਵੇਗਾ ਤਾਂ ਫਿਰ ਉਹ ਲਿਫਟਰ ਵੀ ਮੰਗਵਾਉਣਾ ਪੈਂਦਾ, ਦੂਰੋਂ ਮੰਗਵਾਉਣਾ ਪੈਂਦਾ, ਇਸ ਕਰਕੇ ਉਹਦਾ ਖਰਚਾ ਜ਼ਿਆਦਾ ਬਣ ਜਾਂਦਾ। ਵੈਸੇ ਜ਼ਿਆਦਾ ਬਿਹਤਰ ਇਹ ਕਿ ਜ਼ਿਮੀਂਦਾਰ ਕੋਲ ਟਰਾਲੀ ਹੈ ਅਤੇ ਉਹ ਲੈ। ਇਹਦਾ ਇਹ ਆ ਕਿ ਇਹ ਦੇਖੋ, ਇੱਧਰ ਇਹ ਗੋਬਰ ਕੇ ਸਾਥ ਮਿਲਾ ਕੇ DAP ਦੀ ਛੁੱਟੀ ਲਿਖੀ ਆ। ਇਹਦੀ ਕਿਸ ਤਰ੍ਹਾਂ ਹੋ ਸਕਦੀ ਆ? ਪੋਟਾਸ਼ੀਅਮ ਇਹਦੇ ਵਿੱਚ ਆ, ਬਾਕੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੌਜੂਦ ਆ ਜੀ। ਫਾਸਫੋਰਸ ਵੀ ਇਹਦੇ ਵਿੱਚ ਮੌਜੂਦ ਆ, ਨਾਈਟ੍ਰੋਜਨ ਵੀ ਮੌਜੂਦ ਆ। ਅਗਰ ਗੋਬਰ ਦੇ ਨਾਲ 1 ਟਨ ਇਹਨੂੰ ਲਾ ਲਵੇ, 1 ਟਨ ਗੋਬਰ ਮਿਲਾ ਲਵੇ, ਅਤੇ ਉਹਦੇ ਨਾਲ ਬਹੁਤ ਅੱਛੀ ਉਹਦੀ ਖਾਦ ਤਿਆਰ ਹੋ ਸਕਦੀ ਆ। ਅਗਰ 2 ਟਨ ਪਰ ਏਕੜ ਨੂੰ ਪਾ ਲਵੇ, 2 ਟਨ ਇਹ ਪਾ ਲਵੇ, 2 ਟਨ ਹੀ ਗੋਬਰ ਪਾ ਲਵੇ, ਇੱਕ ਪੂਰਾ ਸਾਲ ਉਹਦੇ ਵਿੱਚੋਂ ਫਸਲ ਲੈ ਸਕਦਾ ਅੱਛੇ ਤਰੀਕੇ ਦੇ ਨਾਲ, ਕਿ ਉਹਦੀ ਬਹੁਤ ਅੱਛੀ ਫਸਲ ਹੋ ਸਕਦੀ ਹੈ। ਠੀਕ ਹੈ। ਅਤੇ ਹਰ ਫਸਲ ਨੂੰ ਇਹ ਪਾਈ ਜਾ ਸਕਦੀ ਹੈ। ਬਾਗਾਂ ਵਾਸਤੇ ਤਾਂ ਬਹੁਤ ਅੱਛੀ ਚੀਜ਼ ਆ। ਬਾਗਾਂ ਨੂੰ 2 ਟਨ ਇਹ ਪਾ ਲਵੇ, 2 ਟਨ ਗੋਬਰ ਪਾ ਲਵੇ, ਮਿਕਸ ਕਰੇ ਆਪਸ ਦੇ ਵਿੱਚ, ਅਤੇ ਬਾਗਾਂ ਨੂੰ ਪਾ ਲਵੇ, ਅਤੇ ਬਾਗ ਇਨਸ਼ਾ ਅੱਲਾਹ ਤਾਲਾ ਜਿਹੜੀ ਉਹਨਾਂ ਦੇ ਬਿਮਾਰੀਆਂ ਆ ਰਹੀਆਂ ਉਹ ਵੀ ਖਤਮ ਹੋ ਜਾਣਗੀਆਂ, ਕਿਉਂਕਿ ਉਹਨੂੰ ਕੈਲਸ਼ੀਅਮ ਦੀ ਜ਼ਰੂਰਤ ਆ। ਇਹਦੇ ਵਿੱਚ ਕੈਲਸ਼ੀਅਮ ਵੀ ਮੌਜੂਦ ਆ, ਇਹਦੇ ਵਿੱਚ ਪੋਟਾਸ਼ ਵੀ ਮੌਜੂਦ ਆ, ਨਾਈਟ੍ਰੋਜਨ ਵੀ ਮੌਜੂਦ ਆ, ਫਾਸਫੋਰਸ ਵੀ ਮੌਜੂਦ ਆ। ਅੱਛਾ ਡਾਕਟਰ ਸਾਹਿਬ, ਜਿਹੜੀ ਤੁਸੀਂ ਬਾਇਓ ਆਰਗੈਨਿਕ ਖਾਦ ਬਣਾ ਰਹੇ ਹੋ, ਉਸ ਖਾਦ ਵਿੱਚ ਅਤੇ ਇਹ ਸਿਰਫ ਜਿਹੜਾ ਤੁਸੀਂ ਬਾਇਓਮੈਸ ਇਸਤੇਮਾਲ ਕਰਵਾ ਰਹੇ ਹੋ, ਇਹ 'ਚ ਕੀ ਫ਼ਰਕ ਹੈ? ਇਹਦੇ 'ਚ ਅਤੇ ਉਹਦੇ 'ਚ ਫ਼ਰਕ ਇਹ ਆ ਕਿ ਜੇ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਨਾ, ਤਾਂ ਗੋਬਰ ਦੇ ਨਾਲ ਇਹਨੂੰ ਜ਼ਿਆਦਾ ਪਾਉਣਾ ਪਏਗਾ। ਠੀਕ ਹੈ। ਅਤੇ ਲੇਕਿਨ ਉਹਦੇ ਵਿੱਚ ਐਕਸਟਰਾ ਤੋਂ ਅਸੀਂ ਉਹਦੇ 'ਚ ਹੋਰ ਚੀਜ਼ਾਂ ਵੀ ਐਡ ਕੀਤੀਆਂ ਵਾ, ਅਤੇ ਫਿਰ ਉਹਨੂੰ ਵਧਾਇਆ ਵਾ ਕਿ ਜਿਸ ਤਰ੍ਹਾਂ ਕੁਝ ਕਾਪਰ, ਜ਼ਿੰਕ, ਫੈਰਸ ਸਲਫੇਟ, ਅਤੇ ਇਹ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਲਿਖੀਆਂ, ਇਹ ਅਸੀਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾਈਆਂ। ਠੀਕ ਹੈ। ਇਹਦੇ ਵਿੱਚ ਅਸੀਂ ਪਾਈਆਂ ਨਹੀਂ, ਜੋ ਸੀਰੇ ਦੇ ਵਿੱਚ ਬਕਾਇਆ ਜਾਤ ਹੁੰਦਾ ਉਹੀ ਕੁਛ ਆ। ਬਾਕੀ ਸਿਰਫ ਇੰਨਾ ਹੀ ਆ ਕਿ ਅਸੀਂ ਬੈਕਟੀਰੀਆ ਦੇ ਨਾਲ ਇਹਨੂੰ ਟ੍ਰੀਟ ਕੀਤਾ ਹੋਇਆ। ਜਿਹੜਾ ਅਸੀਂ ਟ੍ਰੀਟ ਕੀਤਾ ਵਾ, ਇਹਦੀ ਥੋੜ੍ਹੀ ਜਿਹੀ ਫਾਸਫੋਰਸ ਵਧਾਈ ਆ। ਗੋਬਰ ਦੇ ਨਾਲ ਟ੍ਰੀਟ ਕੀਤਾ, ਗੋਬਰ ਰਾਕ ਫਾਸਫੇਟ ਜਿਹੜੀ ਕਿ ਰਾਕ ਫਾਸਫੇਟ ਪਈ ਹੈ, ਇਹ ਉਹਦੇ ਵਿੱਚ ਪਾਈ ਹੈ। ਠੀਕ ਹੈ। ਇਹ ਪਾਊਡਰ ਦੀ ਸ਼ਕਲ ਹੁੰਦੀ ਆ, ਬੈਗਾਂ 'ਚ ਆਉਂਦੀ ਆ ਹਰੀਪੁਰ ਹਤਾਰ ਤੋਂ। ਇਹ ਅਸੀਂ ਪਾ ਕੇ ਅਤੇ ਇਹਨੂੰ ਟ੍ਰੀਟ ਕੀਤਾ ਹੋਇਆ ਵਾ। ਲੇਕਿਨ ਜੇ ਖਾਦ ਬਣਾਉਣੀ ਆ ਅਤੇ ਫਿਰ ਇਹਨੂੰ ਖਾਦ ਦੇ ਨਾਲ ਜੇ ਬਣਾਏਗਾ ਅਤੇ ਬਿਹਤਰ ਫਿਰ ਤਰੀਕੇ ਦੇ ਨਾਲ ਉਹ ਫਿਰ ਥੋੜ੍ਹੀ ਪਏਗੀ ਜੇ ਬਾਇਓ ਖਾਦ ਬਣਾਏ। ਅਦਰਵਾਈਜ਼ ਇਹ 2 ਟਨ ਇਹਨੂੰ ਦੱਸਣ ਡਿਆ, 2 ਟਨ ਇਹ ਪਾਵੇ, 2 ਟਨ ਗੋਬਰ ਪਾਵੇ, ਇਹਦਾ ਮਤਲਬ 4 ਟਨ ਵਜ਼ਨ ਬਣ ਗਿਆ। 4 ਟਨ ਕਿੰਨੇ ਬੈਗ ਬਣ ਗਏ? 80 ਬੈਗ ਬਣਦੇ ਆ। ਉਸ ਹਿਸਾਬ ਨਾਲ ਅਸੀਂ ਦੱਸ ਰਹੇ ਹਾਂ ਕਿ ਇੱਕ ਵਾਰੀ ਪਾ ਲਵੇ ਤਾਂ ਸਾਲ ਇੱਕ ਪੂਰਾ ਉਹਦੀ, ਕਿਉਂਕਿ DAP ਤੋਂ ਜਾਨ ਛਡਾਉਣੀ ਹੈ, ਕੁਛ ਨਾ ਕੁਛ ਤਾਂ ਉਹਨੂੰ ਖਰਚਾ ਕਰਨਾ ਪੈਣਾ, ਕੋਈ ਨਾ ਮਿਹਨਤ ਕਰਨੀ ਪੈਣੀ ਹੈ, ਯਕਦਮ ਤੇ ਨਹੀਂ। ਡਾਕਟਰ ਸਾਹਿਬ, ਚੰਦ ਇੱਕ ਫਸਲਾਂ ਦੇ ਬਾਰੇ ਦੱਸ ਦਿਓ। ਕਿੰਨੂ ਦਾ ਬਾਗ, ਕਮਾਦ, ਅਤੇ ਦੂਸਰੀ ਜਿਹੜੀ ਸੀਜ਼ਨਲ ਫਸਲਾਂ ਜਿਵੇਂ ਚਾਵਲ, ਗੰਦਮ ਵਗੈਰਾ। ਇਹ ਸਿਰਫ ਇਹਨੂੰ ਨਾ, ਸਿਰਫ ਆ ਜਿਹੜੀ ਸਾਡੀ ਬਾਇਓਮਾਸ ਹੈ ਨਾ ਜੀ, ਸਿਰਫ ਬਾਇਓਮਾਸ ਨੂੰ ਅਸੀਂ ਗ੍ਰੈਂਡ ਕੀਤਾ, ਪੀਸਿਆ, ਪਾਊਡਰ ਦੀ ਸ਼ਕਲ 'ਚ ਬਣਾਇਆ, ਕਿਉਂਕਿ ਉਹ ਫਿਰ ਪਾਊਡਰ ਦਾ ਖਰਚਾ ਮਹਿੰਗਾ ਪੈ ਜਾਂਦਾ, ਉਹ ਫਿਰ 1000 ਰੁਪਏ ਟਨ ਨਹੀਂ ਹੈ। ਉਹ ਸਾਡਾ ਬੈਗ ਜਿਹੜਾ ਹੈਗਾ ਵਾ 600 ਰੁਪਏ ਦਾ ਅਸੀਂ ਬੈਗ ਦਿੰਦੇ ਹਾਂ, ਪੀਸਿਆ ਹੋਇਆ ਜਿਹੜਾ ਇਹਦਾ। ਉਹ
ਗਾਰਲਿਕ ਵਾਸਤੇ 2-3 ਘਰਾਂ ਨੇ ਗਾਰਲਿਕ ਵਾਸਤੇ ਉਹਨੂੰ ਪਾਇਆ ਵਾ, ਉਹਨੂੰ ਪਾਉਂਦਿਆਂ ਵੀ ਦਿਖਾਇਆ ਵਾ ਸੀ। ਉਹਨੂੰ ਪਾਉਣ ਤੋਂ ਬਾਅਦ ਹੁਣ ਉਹਦਾ ਰਿਜ਼ਲਟ ਵੀ ਆ ਰਿਹਾ ਹੈ ਕਿ ਬਿਲਕੁਲ ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਆ ਰਿਹਾ। ਉਹਨਾਂ ਨੇ ਗੋਬਰ ਪਾਇਆ ਨਾਲ, ਤੇ ਨਾਲ ਇਹਦੇ 20 ਬੈਗ ਪਾ ਲਏ। ਗੋਬਰ ਵੈਸੇ ਸੁੱਟਤਾ ਪਹਿਲੇ, ਉਹਨਾਂ ਨੇ ਨਾਲ 20 ਬੈਗ ਇਹਦੇ ਪੀਸੀ ਹੋਈ ਦੇ ਸਾਡੇ ਨਾਲ ਗਾਰਲਿਕ ਦੇ ਪਾਏ। ਉਹਨਾਂ ਨੇ ਕੋਈ ਖਾਦ ਗਾਰਲਿਕ ਨੂੰ ਨਹੀਂ ਪਾਈ। ਉਹਦਾ ਗਾਰਲਿਕ ਮਾਸ਼ਾਅੱਲਾ ਬਹੁਤ ਅੱਛਾ, ਯਾਨੀ ਕਿ ਥੋਮ ਜਿਹੜਾ ਸਭ ਤੋਂ ਮਹਿੰਗੀ ਆਈਟਮ ਹੈ, 40 ਲੱਖ ਰੁਪਏ ਦਾ ਸੀਡ ਆ 1 ਏਕੜ ਦਾ, ਤੇ 2.5-3 ਕਰੋੜ ਰੁਪਏ ਉਹਦਾ ਵੈਸੇ ਉਹ ਵਿਕਦਾ ਪਿਆ। ਤੇ ਇਹਦਾ ਮਹਿੰਗਾ ਸੀਡ ਜਿਹਨੇ ਲੈ ਕੇ ਲਾਣਾ ਵਾ, ਉਹ ਤੁਹਾਨੂੰ ਪਤਾ ਮਾੜੀ ਚੀਜ਼ ਕੋਈ ਨਹੀਂ ਪਾ ਸਕਦਾ। ਜੇ ਉਸ ਨੇ ਇਸ ਦੇ ਨਾਲ ਫਸਲ ਅੱਛੀ ਲਈ ਆ, ਔਰ ਵਾਕਈ ਪਾਕਿਸਤਾਨ ਦੇ ਵਿੱਚ ਇਸ ਟਾਈਮ ਸਭ ਤੋਂ ਅੱਛੀ ਫਸਲ ਉਸ ਬੰਦੇ ਦੀ ਹੈ। ਔਰ ਇਸ ਤੋਂ ਫੌਰਨ ਬਾਅਦ ਜਿਹੜਾ ਨਾ, ਮੈਂ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਸਾਰਿਆਂ ਨੂੰ ਦਾਵਤ ਦੇ ਰਿਹਾ, ਜਿਨ੍ਹਾਂ ਨੇ ਇਸਤੇਮਾਲ ਕੀਤੀ ਹੋਈ ਹੈ ਇਹ ਚੀਜ਼ਾਂ। ਇਕੱਲੇ ਇਹ ਨਹੀਂ ਕਿ ਅਸੀਂ ਹਵਾ ਦੇ ਵਿੱਚ ਹੀ ਤੀਰ ਚਲਾ ਰਹੇ ਨੇ, ਜਿਨ੍ਹਾਂ ਨੇ ਇਹ ਚੀਜ਼ਾਂ ਇਸਤੇਮਾਲ ਕੀਤੀਆਂ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ, ਔਰ ਆਪਣੇ ਮੂੰਹੋਂ ਆਪ ਦੱਸਣਗੇ ਕਿ ਇਹਦਾ ਕੀ ਰਿਜ਼ਲਟ ਆ। ਅੱਛਾ, 1 ਏਕੜ ਵਿੱਚ 20 ਬੈਗ ਇਸ ਦੇ ਕਾਫੀ ਨੇ? ਹਾਂ, ਉਹ ਤਾਂ 10 ਬੈਗ ਵੀ ਪਾ ਲਵੇ ਤਾਂ ਕਾਫੀ ਆ, ਲੇਕਿਨ 20 ਬੈਗ ਤੇ ਉਹਦੀ ਆਪਣੀ ਮਰਜ਼ੀ ਹੈ ਨਾ, 20 ਬੈਗ ਪਾ ਲਵੇ। ਯਾਨੀ ਕਿ ਜੇ DAP ਪਾਣੀ ਹੈ ਨਾ, 1 DAP ਦੀ ਬੋਰੀ ਪਾਣੀ ਹੈ ਨਾ, ਤੇ ਉਹਦੀ ਜਗ੍ਹਾ ਦੇ ਉੱਤੇ ਤੇ ਸਿਰਫ 1 ਟਨ ਪਾ ਲਵੇ। ਤੇ ਜੇ ਉਹਨੇ 2 DAP ਪਾਣੀਆਂ, ਦੇਖੋ ਨਾ ਇਹ ਸਸਤੀ ਚੀਜ਼ ਆ, 2 DAP ਦਾ ਮਜ਼ਾ ਲੈ ਲਵੇ। 2 ਟਨ ਇਹਨੂੰ ਪਾ ਲਵੇ, 2 ਟਨ ਉਹਦੇ ਨਾਲ ਗੋਬਰ ਪਾ ਲਵੇ, ਉਹਨੂੰ 2 DAP ਨਾਲੋਂ ਵੱਧ ਮਜ਼ਾ ਆਏਗਾ ਇਨਸ਼ਾਅੱਲਾ ਤਾਲਾ। ਕਿਉਂਕਿ DAP ਦੇ ਵਿੱਚ ਫਾਸਫੋਰਸ ਹੋਏਗੀ, ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿੱਦਾਂ ਕਿ ਇਹਦੇ ਵਿੱਚ ਲਿਖੀਆਂ ਸਾਰੀਆਂ ਚੀਜ਼ਾਂ ਮੌਜੂਦ ਆ। ਇਹ ਅਸੀਂ ਖਾਦ ਦੇ ਮੁਤਲਕਾ ਲਿਖੀਆਂ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਅਸੀਂ ਇਹਦੇ ਨਾਲ ਤਫਸੀਲ ਨਾਲ ਆ ਚੀਜ਼ ਜਿਹੜੀ ਹੈ ਨਾ, ਬਿਲਕੁਲ ਅਸੀਂ ਤਫਸੀਲ ਨਾਲ ਲਿਖਿਆ। ਤੇ ਇਹ ਬਿਲਕੁਲ ਅਸੀਂ ਪੂਰੀ ਤਫਸੀਲ ਨਾਲ ਲਿਖ ਦਿੱਤਾ ਵੀ ਕਿ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ, ਔਰ ਕਿੱਦਾਂ ਪੌਦੇ ਨੂੰ ਫਾਇਦਾ ਹੁੰਦਾ। ਆਰਗੈਨਿਕ ਮੈਟਰ ਜਿਹੜਾ ਹੈ, ਜਿੰਨਾ ਕਿ ਇਹਦੇ ਵਿੱਚ ਆਰਗੈਨਿਕ ਮੈਟਰ ਹੈ ਨਾ, ਉਹ ਹੀ ਬਹੁਤ ਜ਼ਿਆਦਾ ਜ਼ਮੀਨ ਦੇ ਵਿੱਚ ਫਾਇਦੇਮੰਦ ਚੀਜ਼ ਆ। ਪੌਦੇ ਨੂੰ ਖੁਰਾਕ ਉਹਨੇ ਪਹੁੰਚਾਉਣੀ ਹੁੰਦੀ ਹੈ। ਇਹ ਅਸੀਂ ਜਿਹੜੀ ਆ ਜਿੰਨੀ ਆ ਸਬਜ਼ੀ ਬੀਜੀ ਹੈ ਨਾ, ਥੋੜ੍ਹੀ ਆ, ਦੇਖੋ ਭਿੰਡੀਆਂ ਵਾ, ਕੋਈ ਟਿੰਡੇ ਆ, ਕੋਈ ਟਿੰਡੀਆਂ ਵਾ, ਕੋਈ ਘੀਆ ਕੱਦੂ ਆ, ਕੋਈ ਹਲਵਾ ਕੱਦੂ ਆ, ਪੇਠਾ ਵਾ, ਕੋਈ ਇੱਦਾਂ ਮੁਖਤਲਿਫ ਚੀਜ਼ਾਂ ਬੀਜੀਆਂ। ਤੇ ਔਰ ਇਹ ਕਿੰਨੂਆਂ ਦਾ ਇਹ ਬਾਗ ਵੀ ਆ। ਇਹ ਥੋੜ੍ਹੇ ਜਿਹੇ ਨਾ ਪੌਦੇ ਜਿਹੜੇ ਆ, ਇਹ ਬਿਲਕੁਲ ਖੁਸ਼ਕ ਹੋ ਗਏ ਸੀਗੇ। ਇੱਕ ਵਾਰੀ ਇਹ ਬਿਲਕੁਲ ਸਹੀ ਖੁਸ਼ਕ ਹੋ ਗਏ ਆ, ਤੇ ਫਿਰ ਅਸੀਂ ਇਹਨਾਂ ਨੂੰ ਨਾ ਆਪਣੀ ਇਹ ਬਾਇਓ ਖਾਦ ਜਿਹੜੀ ਹੈ ਨਾ ਇਸਤੇਮਾਲ ਕਰਨੀ ਸ਼ੁਰੂ ਕੀਤੀ। ਔਰ ਉਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਕੋਈ ਸਪਰੇਅ ਨਹੀਂ ਕਰਦੇ, ਕਿਉਂਕਿ ਇਹ ਸਾਡੇ ਨਾ ਆਪਣੇ ਤਜਰਬੇ ਵਾਸਤੇ ਆ ਕਿ ਅਸੀਂ ਥੋੜ੍ਹਾ ਜਿਹਾ ਤਜਰਬਾ ਕਰਦੇ ਹਾਂ। ਖਾਣ ਪੀਣ ਦਾ ਵੀ ਸਾਨੂੰ ਐਡਾ ਲਾਲਚ ਨਹੀਂ, ਸਾਨੂੰ ਸਿਰਫ ਇੰਨਾ ਕਿ ਯਾਰ ਅਸੀਂ ਇਹਨਾਂ ਨੂੰ ਨਾ ਆਰਗੈਨਿਕ ਅਸੀਂ ਤਿਆਰ ਕਰੀਏ, ਔਰ ਫਿਰ ਜੇ ਸੁੰਡੀਆਂ ਆਉਂਦੀਆਂ ਤੇ ਸੁੰਡੀਆਂ ਨੂੰ ਅਸੀਂ ਆਰਗੈਨਿਕ ਤਰੀਕੇ ਦੇ ਨਾਲ ਕਿੱਦਾਂ ਅਸੀਂ ਕਵਰ ਕਰਨਾ ਵਾ, ਉਹਨੂੰ ਕਿਸ ਤਰੀਕੇ ਦੇ ਨਾਲ ਕਵਰ ਕਰਨਾ, ਚੂਹਾ ਆਉਂਦਾ ਉਹਨੂੰ ਕਿੱਦਾਂ ਕਵਰ ਕਰਨਾ, ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਕਵਰ ਕਰਨਾ। ਇਹ ਹੁਣ ਪੌਦਾ ਵਾ ਤੇ ਬਿਲਕੁਲ ਸੁੱਕ ਗਿਆ ਸੀਗਾ। ਇਹ ਦੇਖੋ ਨਾ, ਟਹਿਣੀਆਂ ਤੋਂ ਤੁਹਾਨੂੰ ਮਹਿਸੂਸ ਹੁੰਦਾ ਹੋਏਗਾ ਕਿ ਬਿਲਕੁਲ ਸੁੱਕਾ ਸੀਗਾ। ਇਹਨੂੰ ਅਸੀਂ ਸਾਡੇ ਕੋਲ ਇੱਕ ਸਪਰੇਅ ਕੰਟਰੋਲ ਆ, ਜਿਹਦੀ ਅਸੀਂ ਸਪਰੇਅ ਕਰਨੀ ਸ਼ੁਰੂ ਕੀਤੀ, ਇਹ ਠੀਕ ਹੋ ਗਿਆ। ਫਿਰ ਇੱਕ ਸਿਟਰਸ ਗਰੋ ਆ, ਉਹਦਾ ਅਸੀਂ ਕੀਤਾ। ਬੇਮੌਸਮਾ ਫਲ ਲੱਗਾ ਵਾ, ਜਿਹੜਾ ਫਲ ਲੱਗਾ ਨਾ ਉਹ ਤਾਂ ਬੜਾ ਵੱਡਾ ਹੋ ਗਿਆ। ਤੇ ਇਹ ਹੁਣ ਦੇਖੋ ਨਾ, ਲਾਗੇ ਕਰਕੇ ਦੇਖੋ ਕਿੰਨਾ ਫਲ ਲੱਗਾ, ਔਰ ਬਿਲਕੁਲ ਇਹ ਹੁਣ ਲੱਗਾ ਵਾ, ਦੇਰ ਨਾਲ ਲੱਗਾ ਵਾ ਫਲ, ਕਿਉਂਕਿ ਪੌਦੇ ਸੁੱਕੇ ਹੋਏ ਸੀ। ਇਹ ਸਾਰਿਆਂ ਪੌਦਿਆਂ ਦਾ ਦੇਖੋ। ਔਰ ਇਹ ਭਿੰਡੀ ਵੀ ਬਗੈਰ ਸਪਰੇਅ ਤੋਂ, ਬਗੈਰ ਖਾਦ ਤੋਂ ਆ। यही खादा साढ़े वाली जी असी बनाई है, यही खाद असी इस्तेमाल करते पे हैं। अच्छा दोस्तों, बायो खाद के ऊपर आपने मेरी वीडियो देखी, उम्मीद है ये वीडियो आपको पसंद आई होगी। मज़ीद अच्छी वीडियोज़ के लिए मेरे चैनल को सब्सक्राइब कर लें और साथ बेल आइकन प्रेस कर दें ताकि मेरे आने वाली हर वीडियो आपको बर वक्त मिलती रहे। आपका बहुत शुक्रिया।